वे गांव गए। उनके साथ एक अनोखे तरीके से फ्रॉड हुआ है, उनसे पूछेंगे उसकी तफसील के कैसे ये मुमकिन हुआ है। जी बताइए भाई अपना नाम पहले। मेरा नाम साजिद है। ਅੱਜ ਦੀ ਗੱਲ ਹੈ ਜੀ ਕਿ ਮੈਂ ਸਵੇਰ ਘਰੋਂ ਨਿਕਲਿਆ ਵਾਂ ਹਰਜਾਣੇ ਵਾਸਤੇ, ਕਿਸੇ ਨੂੰ ਮਿਲਣਾ ਸੀ। ਅਤੇ ਉਹ ਮੈਂ ਰਸਤੇ 'ਚ ਆ ਰਿਹਾ ਕਿ ਉਹ ਬੰਦਾ ਜਿਹੜਾ ਫਰਾਡੀਆ ਸੀ ਨਾ, ਉਹ ਪੀਰਮਾ ਰੋਡ ਦੇ ਉਹ ਸਮੁੰਦਰੀ ਰੋਡ ਦੇ ਉੱਤੇ ਖੜ੍ਹਾ ਸੀ। ਉਹਨੇ ਹੱਥ ਦਿੱਤਾ ਵਾ ਅਤੇ ਮੈਂ ਕਿਹਾ ਚਲੋ ਧੁੱਪ ਆ, ਬੰਦਾ ਵੀ ਬਜ਼ੁਰਗ ਟਾਈਪ ਆ, ਚੱਲ ਬਿਠਾ ਲੈਂਦੇ, ਨੇਕੀ ਹੁੰਦੀ। ਮੈਂ ਉਹਨੂੰ ਬਿਠਾ ਲਿਆ ਮਗਰ। ਉਹ ਮਗਰ ਮੈਂ ਬਿਠਾਇਆ ਅਤੇ ਉਹਨੇ ਮੈਨੂੰ ਵਾਹਵਾ ਦੁਆਵਾਂ ਦਿੱਤੀਆਂ, ਅੱਲਾ ਤੇਰਾ ਭਲਾ ਕਰੇ, ਤੇਰੀ ਜ਼ਿੰਦਗੀ ਲੰਮੀ ਕਰੇ। ਮੈਨੂੰ ਕੋਈ ਚੱਕਦਾ ਨਹੀਂ ਹੈਗਾ, ਧੁੱਪ 'ਤੇ ਮੈਂ ਖੱਜਲ ਹੋਣ ਡਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਜ਼ੁਰਗ। ਉਹ ਕਹਿੰਦਾ ਮੈਨੂੰ ਅੱਗੇ ਪੰਪ 'ਤੇ ਲਾ ਦੀ। ਉਹ ਜਿਹੜਾ ਦੋਸਤ ਸੀ ਮੇਰਾ, ਉਹ ਇੱਧਰ ਨੂੰ ਮੁੜ ਗਿਆ। ਮੈਂ ਕਿਹਾ ਯਾਰ ਮੈਂ ਇੱਥੇ ਜਾਣਾ, ਮੈਂ ਇੱਥੇ ਲੱਥ ਜਾ। ਉੱਥੇ ਜਦੋਂ ਲੱਥਿਆ ਵਾ, ਮੈਨੂੰ ਕਹਿੰਦਾ ਤੇਰਾ ਭਲਾ ਹੋਵੇ, ਹੱਥ ਕਰ, ਤੈਨੂੰ ਕੋਈ ਸ਼ਾਇਦ ਆਵਾਂ। ਉਹਨੇ ਜ਼ਮੀਨ ਦੇ ਉੱਤੋਂ ਇੱਦਾਂ ਕਰਕੇ ਬਜਰੀ ਚੱਕੀ ਹੈ ਜੀ, ਮੇਰੀ ਤਲੀ ਦੇ ਉੱਤੇ ਇੱਦਾਂ ਕਰਕੇ ਰੱਖੀ, ਬੰਦ ਕਰ ਲਾ। ਕਹਿੰਦਾ ਮੋਟਰਸਾਈਕਲ ਦਾ ਜਦੋਂ ਤੀਸਰਾ ਗੇਅਰ ਲਾਵੇਂ ਤਾਂ ਇਹਨੂੰ ਖੋਲ੍ਹ ਕੇ ਵੇਖ ਲਈ, ਅਤੇ ਜੇ ਤੈਨੂੰ ਕੁਛ ਨਜ਼ਰ ਆਇਆ ਤਾਂ ਮੈਨੂੰ ਵਾਪਸ ਆਣ ਕੇ ਨਾ ਮਿਲ ਲੈ। ਮੈਂ ਵਾਕਿਆ ਤੀਸਰਾ ਗੇਅਰ ਲਾਇਆ, ਜਦੋਂ ਮੈਂ ਮੁੱਠ ਖੋਲ੍ਹੀ ਅਤੇ ਉਹ ਬਜਰੀ ਦਾ ਨਗ ਬਣ ਗਿਆ। ਅਤੇ ਮੈਂ ਇੱਕ ਵਾਰੀ ਚੌਂਕ ਗਿਆ ਜੀ ਵੀ ਇਹ ਬਣਿਆ ਕੀ ਹੈ। ਮੈਂ ਮੋਟਰਸਾਈਕਲ ਵਾਪਸ ਮੋੜੀ, ਜਿਹੜੇ ਮੇਰੇ ਨਾਲ ਬੰਦੇ ਸੀ ਉਹ ਮੈਨੂੰ ਲੱਭਦੇ ਫਿਰਨ। ਮੈਂ ਮੋੜੀ, ਮੈਂ ਉਹ ਤੁਰਾ ਜਾਣ ਡਿਆ, ਮੈਂ ਫਿਰ ਉਹਦੇ ਕੋਲ ਚਲਾ ਗਿਆ। ਮੈਂ ਜਦੋਂ ਮੁੱਠ ਖੋਲ੍ਹ ਕੇ ਵਿਖਾਈ ਹੈ ਅਤੇ ਬਾਬਾ ਕਹਿੰਦਾ ਜੀ ਇਹ ਜਿਹੜਾ ਇਲਮ ਮੈਂ ਤੈਨੂੰ ਦੇ ਕੇ ਜਾਣਾ ਨਾ, ਇਹ ਕਿਸੇ ਨੂੰ ਦੱਸਣਾ ਨਹੀਂ ਹੈਗਾ। ਉਹ 2 ਮਿੰਟ ਹੋਏ, ਉਹਨੇ ਫਿਰ ਥੱਲੋਂ ਇੱਕ ਬਜਰੀ ਚੱਕੀ ਹੈ, ਚੱਕ ਕੇ ਅਤੇ ਮੇਰੀ ਤਲੀ ਦੇ ਉੱਤੇ ਰੱਖੀ ਹੈ, ਰੱਖ ਕੇ ਅਤੇ ਬੰਦ ਕੀਤਾ। ਕਹਿੰਦਾ ਖੋਲ੍ਹ। ਜਦੋਂ ਮੈਂ ਖੋਲ੍ਹੀ ਅਤੇ ਉਹ ਨਗ ਬਣ ਗਿਆ। ਉਹ ਮੇਰੇ ਕੋਲ ਦੋਨੀ ਚੀਜ਼ਾਂ ਮੌਜੂਦ ਆ, ਨਗ ਅਤੇ ਉਹ ਮੋਤੀ। ਠੀਕ ਹੈ, ਉਹ ਇੰਨੀ ਗੱਲ ਹੋਈ ਹੈ। ਅਤੇ ਮੈਂ ਕਿਹਾ ਬਾਬਾ ਜੀ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ। ਉਹਨੇ ਆਖਿਆ ਜੀ ਖਿਦਮਤ ਕੋਈ ਨਹੀਂ, ਮੈਂ ਚਾਹ ਪੀਣੀ, ਅਤੇ ਚਾਹ ਵੀ ਤੇਰੇ ਘਰ ਦੀ ਪੀਣੀ ਆ, ਜੇ ਪਿਲਾਵੇਂ ਤੇ ਪਿਲਾਵੇਂਗਾ ਚਾਹ। ਮੈਂ ਕਿਹਾ ਬਾਬਾ ਚਾਹ ਦੀ ਕਿਹੜੀ ਗੱਲ ਆ। ਹੁਣ ਮੇਰੇ ਦਿਲ 'ਚ ਇੱਦਾਂ ਦੀ ਕੋਈ ਗੱਲ ਹੀ ਨਹੀਂ ਸੀ ਹੈ। ਮੈਂ ਉਹਨੂੰ ਮਗਰ ਬਿਠਾਇਆ, ਪਿੰਡ ਲੈ ਗਿਆ 290 'ਚ, ਅਤੇ ਮੈਨੂੰ ਰਸਤੇ 'ਚ ਕਹਿਣ ਡਿਆ ਕਿ ਕੋਈ ਬੰਦਾ ਨਾ ਹੋਵੇ ਤੇਰੇ ਤੋਂ ਅਤੇ ਮੇਰੇ ਤੋਂ ਇਲਾਵਾ, ਨਾ ਤੂੰ ਕਿਸੇ ਨੂੰ ਗੱਲ ਦੱਸਣੀ। ਮੈਂ ਕਿਹਾ ਠੀਕ ਆ। ਪਤਾ ਨਹੀਂ ਹੁਣ ਅੱਲਾਹੁ ਆਲਮ ਕਾਲੇ ਇਲਮ ਵਾਲਾ ਬੰਦਾ ਸੀ, ਕੀ ਕੀਤਾ ਕੀ ਨਹੀਂ। ਮੈਂ ਵੀ ਉਹਦੀ ਗੱਲ ਸੁਣੀ ਗਿਆ। ਬੈਠਕ 'ਚ ਬੈਠੇ ਹਾਂ, ਬੂਹਾ ਬੰਦ ਕੀਤਾ। ਮੈਂ ਕਿਹਾ ਪਾਣੀ। ਕਹਿੰਦਾ ਨਹੀਂ ਪਾਣੀ ਨਹੀਂ ਮੈਂ ਪੀਣਾ, ਸਿਰਫ ਚਾਹ ਪੀਣੀ। ਮੈਂ ਚਾਹ ਲੈਣ ਚੱਲਾਂ ਅਤੇ ਮੈਨੂੰ ਕਹਿੰਦਾ ਰੁਕ, ਤੇਰੀ ਜੇਬ 'ਚ 10 ਰੁਪਈਏ ਹੈਗੇ। ਮੈਂ ਕਿਹਾ ਜੀ ਹੈਗੇ। ਉਹਨੇ 10 ਰੁਪਏ ਫੜੇ, ਇੱਦਾਂ ਕਰਕੇ ਸਵਿੰਗ ਕੀਤੇ ਕਰਕੇ ਅਤੇ ਮੇਰੀ ਮੁੱਠ 'ਚ ਰੱਖੇ। ਮੈਨੂੰ ਕਹਿੰਦਾ ਜਦੋਂ ਕੱਪ 'ਚ ਜਾ ਕੇ ਚਾਹ ਪਾਉਣੀ ਹੈ ਨਾ, ਤੈਨੂੰ ਖੋਲ੍ਹ ਕੇ ਵੇਖ ਲੈਣਾ। ਮੈਂ ਗਿਆ, ਉੱਦਾਂ ਹੀ ਬੰਦ ਕੀਤੀ ਹੈ। ਜਦੋਂ ਮੈਂ ਚਾਹ ਪੱਕੀ ਕੱਪ 'ਚ ਪਾਉਣ ਲੱਗਾ ਵਾਂ, ਜਦੋਂ ਮੈਂ ਹੱਥ ਖੋਲ੍ਹਿਆ ਤੂੰ 10 ਰੁਪਈਆਂ ਦਾ 100 ਰੁਪਈਆ ਬਣਿਆ। ਮੈਂ ਹੋਰ ਚੌਂਕ ਗਿਆ। ਮੈਂ ਕਿਹਾ ਯਾਰ ਇਹ ਕੀ ਮਾਜਰਾ। ਗੱਲਾਂ ਉਹ ਦੀਨ ਵਾਲੀਆਂ ਕਰਦਾ ਸੀ, ਅੱਲਾ ਮੁਹੰਮਦ ਵਾਲੀਆਂ ਸਾਰੀਆਂ। ਮੈਂ ਬੜਾ ਹੈਰਾਨ ਹੋਇਆ, ਬੜਾ ਪਰੇਸ਼ਾਨ। ਮੈਂ ਕਿਹਾ ਵੀ ਗੱਲ ਕੀ ਆ, ਜਾਂ ਤਾਂ ਕੋਈ ਅੱਲਾ ਦਾ ਬੰਦਾ ਇਹ ਜਿਹੜਾ ਇਹ ਕੰਮ ਕਰ ਰਿਹਾ। ਮੈਂ ਇੱਕ ਵਾਰੀ ਪੂਰਾ ਜਿਹਨੂੰ ਪੱਟਿਆ ਗਿਆ, ਹਿੱਲ ਗਿਆ ਮੈਂ। ਅੱਛਾ ਬਹਿ ਗਿਆ। ਮੈਨੂੰ ਪੁੱਛਣ ਲੱਗਾ ਕਿੱਧਰ ਗਿਆ ਸੀ ਤੂੰ। ਮੈਂ ਕਿਹਾ ਯਾਰ ਮੈਂ ਇੱਦਾਂ ਜਗ੍ਹਾ ਜੁਗ੍ਹਾ ਲੱਭਦਾ ਫਿਰਦਾ ਸੀ। ਕਹਿੰਦਾ ਅੱਛਾ ਤੂੰ ਇੱਦਾਂ ਕਰ, ਜਿਹੜੇ ਪੈਸੇ ਤੂੰ ਰੱਖੇ ਨਾ ਜਗ੍ਹਾ ਵਾਸਤੇ ਉਹ ਲੈ ਕੇ ਆ, ਮੈਂ ਉਹਨਾਂ ਦੇ ਉੱਤੇ ਦਮ ਕਰਦਾ। ਮੈਂ ਕਿਹਾ ਜੀ ਮੇਰੇ ਕੋਲ ਤਾਂ ਕੋਈ ਨਹੀਂ, 2000 ਰੁਪਈਆ ਵਾ। ਕਹਿੰਦਾ ਕਿੱਥੇ ਆ ਪੈਸੇ। ਮੈਂ ਕਿਹਾ ਜੀ ਉਹ ਤਾਂ ਬੈਂਕ 'ਚੋਂ ਕਢਾਉਣੇ ਪੈਣੇ, ਨਿਕਲ ਆਉਣਗੇ ਹੁਣ। ਮੈਂ ਕਿਹਾ ਜੀ ਨਿਕਲ ਆਉਣਗੇ। ਕਹਿੰਦਾ 40 ਨੋਟ ਤੂੰ ਦੇਣੇ ਮੈਨੂੰ 5-5 ਹਜ਼ਾਰ ਵਾਲੇ। 40 ਨੋਟ 5-5 ਹਜ਼ਾਰ ਵਾਲੇ ਦੇਣੇ ਆ, ਫਿਰ ਅੱਲਾ ਕਰਮ ਕਰੇਗਾ ਅਤੇ ਤੇਰੀ ਰੋਜ਼ੀ 'ਚ ਬਰਕਤ ਪਏਗੀ, ਪੈਸੇ ਵੀ ਉਹ ਡਬਲ ਹੋ ਜਾਣਗੇ। ਮੇਰਾ ਹੁਣ ਉਹਨੇ ਐਸਾ ਦਿਮਾਗ ਬੰਨਿਆ, ਮੈਨੂੰ ਕੋਈ ਗੱਲ ਸੁੱਝਿਆ ਹੀ ਨਾ ਉਹਦੀ ਗੱਲ ਤੋਂ ਇਲਾਵਾ। ਮੈਂ ਉੱਠਿਆ, ਉਹਨੂੰ ਮੋਟਰਸਾਈਕਲ ਦੇ ਮਗਰ ਉਹਨੇ ਚਾਹ ਪੀਤੀ ਹੈ, ਪਾਣੀ ਲੈ ਕੇ ਆਇਆ। ਕਹਿੰਦਾ ਪਾਣੀ। ਮੈਂ ਗਲਾਸ ਭਰ ਕੇ ਲਿਆਇਆ। ਕਹਿੰਦਾ ਨਹੀਂ ਅੱਧਾ ਪੀਣਾ, ਅੱਧਾ ਤੂੰ ਪੀ ਲਾ। ਅੱਧਾ ਮੈਂ ਪੀ ਲਿਆ। ਉਹਨੇ ਚਾਹ ਦਾ ਕੱਪ ਫੜਿਆ, ਅੱਧੇ ਪਾਣੀ ਦੇ ਗਲਾਸ 'ਚ ਪਾ ਕੇ ਨਾ ਤੂੰ ਪੀ ਗਿਆ। ਠੀਕ ਹੈ, ਅਤੇ ਕਹਿੰਦਾ ਚੱਲ ਨਿਕਲ ਚਲੀਏ। ਮੈਂ ਮੋਟਰਸਾਈਕਲ ਦੇ ਮਗਰ ਬਿਠਾਇਆ ਵਾ, ATM ਐਮਾਜ਼ਾਨ ਬੈਂਕ 'ਚ ਆਇਆ, ਉੱਥੇ ATM ਮਾਰਿਆ ਅਤੇ ਮੇਰੇ ਮਗਰ ਅੰਦਰ ਹੀ ਆ ਗਿਆ। ਮੈਂ ਉੱਥੋਂ 50,000 ਰੁਪਈਆ ਕਢਾਇਆ, ਉਹਦੀ ਲਿਮਿਟ 50,000 ਹੀ। ਮੈਨੂੰ ਕਹਿੰਦਾ ਹੋਰ ਕਢਾ। ਮੈਂ ਪਰਾਂ MCB ਬੈਂਕ ਸੀ, ਉੱਥੇ ਚਲਾ ਗਿਆ ਜੀ। ਉੱਥੇ ਜਾ ਕੇ ਮੈਂ 50,000 ਕਢਾਇਆ ਤਾਂ ਮੇਰੇ ਮਗਰ ਹੀ ਆ ਗਿਆ। ਫਿਰ ਉੱਥੇ ਹੁਣ ਕਹਿੰਦਾ ਸਾਰੇ ਪੈਸੇ ਇਕੱਠੇ ਕਰ। ਉਹਨੇ ਇਕੱਠੇ ਕੀਤੇ, ਇੰਝ ਕਰਕੇ ਲਵੇਟ ਕੇ ਨਾ ਉਹਨੇ ਜੇਬ 'ਚ ਇੱਕ ਕਾਗਜ਼ ਕੱਢਿਆ। ਕਾਗਜ਼ ਕੱਢ ਕੇ ਉਹਨੇ ਉੱਤੇ ਇੱਦਾਂ ਫੋਲਡ ਕਰਕੇ ਨਾ ਰੀਲ ਟੈਪ ਬਣਾ ਲਿਆ। ਬਣਾ ਕੇ ਨਾ ਤੂੰ ਧਾਗਾ ਉਹਨੇ ਮਾਰ ਕੇ ਮੈਨੂੰ ਕਹਿਣ ਲੱਗਾ ਮੈਂ ਲੈ ਜਾਵਾਂ। ਮੈਂ ਕਿਹਾ ਲੈ ਜਾ। ਕਹਿੰਦਾ ਪੜ੍ਹ ਕਲਮਾ ਇੱਧਰ ਨੂੰ ਮੂੰਹ ਕਰਕੇ। ਮੈਂ ਕਿਹਾ ਪੈਸਿਆਂ ਦੀ ਖਾਤਰ ਕੀ ਕਲਮਾ ਪੜ੍ਹਨਾ ਵਾ, ਅਤੇ ਤੈਨੂੰ ਚਾਹੀਦਾ ਲੈ ਜਾ, ਅੱਲਾ ਹੋਰ ਦੇ ਦੇਗਾ। ਉਹ ਕਹਿੰਦਾ ਨਹੀਂ, ਮੈਂ ਹੱਸਦਾ ਪਿਆ ਸੀ ਯਾਰ। ਉਹਨੇ ਹੁਣ ਇੱਦਾਂ ਹੀ ਜੇਬ 'ਚ ਹੱਥ ਪਾਇਆ ਵਾ।
ਉਹਦੇ ਕੋਲ ਇੱਕ ਗੁਠਲੀ ਹੋਰ ਟੈਪ ਦੀ ਸੀ, ਉਹਨੇ ਉਦਾਂ ਹੀ ਸੇਮ ਬਣਾਈ ਸੀ ਉਹ ਕਾਗਜ਼ ਲਾ ਕੇ। ਲੇਕਿਨ ਹੁਣ ਮੇਰੇ ਇਲਮ 'ਚ ਹੈ ਹੀ ਨਹੀਂ ਸੀ ਇਹ ਗੱਲ। ਉਹਨੇ ਜੋ ਜੇਬ 'ਚ ਹੱਥ ਪਾਇਆ ਵਾ, ਉਹਨੇ ਫਿਰ ਇਦਾਂ ਕਰਕੇ ਉਹ ਮੇਰੇ ਵਾਲੀ ਜੇਬ 'ਚ ਪਾ ਲਈ, ਉਹਨੇ ਆਪਣੇ ਵਾਲੀ ਕੱਢੀ ਤੇ ਮੇਰੀ ਤਲੀ 'ਤੇ ਰੱਖੀ, ਕਹਿੰਦਾ ਪਾ ਲਾ ਜੇਬ 'ਚ। ਮੈਂ ਜੇਬ 'ਚ ਪਾ ਲਈ, ਕਹਿੰਦਾ ਮੈਨੂੰ ਆ ਚੌਕ ਚਲਾ ਦੇ। ਤੇ ਮੈਨੂੰ ਇਹ ਗੱਲ ਕਹਿਣ ਲੱਗਾ ਜੀ ਨਾ ਕਿਸੇ ਨੂੰ ਬੁਲਾਉਣਾ ਵਾ, ਸਿੱਧਾ ਘਰ ਜਾਣਾ, ਘਰ ਜਾ ਕੇ ਖੋਲ ਕੇ ਵੇਖਣੀ, ਫੜਾਉਣਾ ਵੀ ਵਾਲਦਾ ਨੂੰ ਉਹ ਖੋਲ ਕੇ ਵੇਖੇ। ਅੱਛਾ, ਮੈਂ ਇੱਥੋਂ ਉਹਨੂੰ ਖੜਾ ਕੀਤਾ, ਮੇਰਾ ਦਿਲ ਨਾ ਮੰਨੇ, ਮੈਂ ਮੋਟਰਸਾਈਕਲ ਮੋੜਨ ਲੱਗਾ, ਫਿਰ ਮੈਨੂੰ ਕਹਿੰਦਾ ਜਾ ਜਾ ਜਾ, ਕੋਈ ਮਸਲਾ ਨਹੀਂ, ਜਾ। ਉਹਨੇ ਮੈਨੂੰ ਧੱਕੇ ਨਾਲ ਭੇਜ ਦਿੱਤਾ। ਮੈਂ ਜਦੋਂ ਘਰ ਗਿਆ, ਘਰ ਜਾ ਕੇ ਨਾ ਉਹ ਧਾਗਾ ਖੋਲਿਆ ਵਾਲਦਾ ਨੇ, ਉਹ ਧਾਗਾ ਬਹੁਤ ਜ਼ਿਆਦਾ ਲਪੇਟਿਆ ਹੋਵੇ। ਮੈਂ ਕਿਹਾ ਇੰਨਾ ਤਾਂ ਧਾਗਾ ਲਪੇਟਿਆ ਕੋਈ ਨਹੀਂ। ਉਹ ਇੱਕ ਕੀਸ ਤੋਂ ਲਾਇਆ, 10 ਮਿੰਟ ਲੱਗ ਗਏ। ਜਦੋਂ ਫੇਰ ਵੇਖਿਆ, ਫੇਰ ਉੱਤੇ ਇੰਨਾ ਧਾਗਾ, ਫੇਰ ਧਾਗਾ, ਜਿਵੇਂ ਕਹਿੰਦੇ ਨਹੀਂ ਉਹ ਲਾੜੇ ਵਾਸਤੇ ਗਿਫਟ ਭੇਜਦੇ ਆ ਜੀ, ਧਾਗੇ ਤੇ ਧਾਗਾ। ਜਦੋਂ ਖੋਲਿਆ ਸਾਰਾ ਦੇ ਵਿੱਚ ਜੂਸ ਦੇ ਖਾਲੀ ਡੱਬੇ। ਉਹ ਮੇਰੇ ਨਾਲ ਹੱਥ ਉੱਤੇ ਬੈਂਕ 'ਚ ਹੀ ਕਰ ਗਿਆ ਜਦੋਂ ਉਹਨੇ ਜੇਬ 'ਚ ਹੱਥ ਪਾਇਆ। ਮੈਂ ਫਿਰ ਭੱਜਿਆ ਜੀ ਉੱਥੋਂ, ਨਾ ਉਹ ਬੰਦਾ ਲੱਭਿਆ, ਨਾ ਕੋਈ ਗੱਲ, ਨਾ ਕੋਈ ਬਾਤ ਜੀ। ਹਾਂ ਮਾਜਰਾ ਜੀ ਕਿ ਫਰਾਡ ਇੱਦਾਂ ਹੋ ਰਿਹਾ ਜੀ, ਬਸ ਲੋਕਾਂ ਤੋਂ ਬਚੋ। ਬੰਦਾ ਨੇਕੀ ਵਾਸਤੇ ਕਿਸੇ ਨੂੰ ਹੱਥ ਦਿੰਦਾ ਕਿ ਚਲੋ ਬਹਿ ਜਾਵੇ ਮੇਰੇ ਮਗਰ, ਤੇ ਹਾਲਾਤ ਇੱਦਾਂ ਦੇ। ਲੇਕਿਨ ਹਾਲਾਤ ਹੈ ਹੀ ਨਹੀਂ ਜੀ ਇੰਝ ਦੇ ਕਿ ਜੇ ਕਿਸੇ ਨੂੰ ਮਗਰ ਬਿਠਾਓ ਜਾਂ ਕਿਸੇ ਨਾਲ ਭਲਾ ਕਰੋ। ਭਲੇ ਵਾਲਾ ਟਾਈਮ ਤਾਂ ਖਤਮ ਹੋ ਗਿਆ। ਉਹ 1,02,000 ਰੁਪਇਆ ਲੈ ਕੇ ਜੀ ਹੋ ਗਿਆ, ਬੰਦਾ ਲੱਭਾ ਹੀ ਨਹੀਂ ਜੀ। के साथ रजाना के गांव 290 गाबे के साजिद नामी नौजवान, जिनको एक शुभदाबाज ने लालच देकर आंखों पर पट्टी बांधकर परेशान करके उससे 1,02,000 का टीका लगा दिया। उसकी भी बात समझ में नहीं आई। ऐसे लालची लोगों से बचने के लिए गुजारिश है कि जब भी कोई आपको ऐसा कोई लालच दे, ऐसा कोई इल्म नहीं है जिसके साथ कोई आपके पैसे डबल कर दे या आपको मट्टी की जगह कोई और चीज़ बना दे। ये सब शुभदाबाजियाँ होती हैं। इंटरनेट का दौर है, बेशक आप उस पर सर्च करें, सारी शुभदाबाजियाँ आपको नज़र आ जाएंगी। तो लिहाजा अपने कीमती पैसों का और अपने भरोसे का आप खुद ख्याल करें। केवल वो शुभदाबाज धोखेबाज आदमी जो चीज़ें दे के गया है। जी दिखाइए साजिद भाई जी। देखो जी, नागा ये जी। आप स्क्रीन पर देख रहे हैं, ये नग है प्लास्टिक का मेरे ख्याल में, और ये एक मोती सा है जिस पर कुछ लिखा हुआ भी है। ਇਹ ਦੋ ਚੀਜ਼ਾਂ ਜੀ, ਜਿਹੜੀ ਉਹਨੇ ਜ਼ਮੀਨ ਦੇ ਉੱਤੋਂ ਬਜਰੀ ਚੱਕ ਕੇ ਮੇਰੀ ਤਲੀ 'ਚ ਰੱਖੀ ਆ ਤੇ ਮੈਂ ਮੁੱਠ ਖੋਲੀ ਆ ਤਾਂ ਨਗ ਬਣ ਗਿਆ। ਆਹ ਮੋਤੀ ਜਿੱਤੇ ਅੱਲਾ ਮੁਹੰਮਦ ਲਿਖਿਆ ਜੀ, ਇਹ ਵੀ ਉਹਨੇ ਬਜਰੀ ਚੱਕ ਕੇ ਰੱਖੀ ਹੈ। ਜੇ ਤੋਂ ਬੰਦੇ ਦਾ ਜ਼ਿਹਨ ਡਗਮਗਾ ਜਾਂਦਾ ਜੀ, ਪਤਾ ਨਹੀਂ ਲੱਗਦਾ ਕੀ ਹੋ ਗਿਆ।